ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦੇ ਵਿੱਚ ਅਸੀਂ ਗੱਲ ਪੰਜਾਬ ਦੇ ਵਿੱਚ ਜਾਰੀ ਕਣਕ ਦੀ ਖਰੀਦ ਪ੍ਰਕਿਰਿਆ ਦੀ ਕਰਾਂਗੇ ਤੇ ਕਿਹੋ ਜਿਹੇ ਇਸ ਸਮੇਂ ਹਾਲਾਤ ਮੰਡੀਆਂ ਦੇ ਵਿੱਚ ਨੇ। ਵਿਰੋਧੀ ਸਵਾਲ ਚੁੱਕ ਰਹੇ ਨੇ। ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਭਾਰਤ ਭੂਸ਼ਣ ਆਸ਼ੂ ਜੀ, ਕੈਪਟਨ ਸਪਲਾਈ ਉਹਨਾਂ ਦੇ ਕੋਲ ਮਹਿਕਮਾ ਹੈ। ਸਿੱਧੇ ਤੌਰ ਦੇ ਉੱਤੇ ਮੰਡੀਆਂ ਦੇ ਵਿੱਚ ਇਸ ਸਮੇਂ ਕੀ ਹਾਲਾਤ ਨੇ ਉਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ। ਜੀ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਸ਼ੁਰੂਆਤ ਇਸ ਤੋਂ ਹੀ ਕਰਦਾ ਕਿਉਂਕਿ ਵਿਰੋਧੀ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ, ਪ੍ਰੋਟੈਸਟ ਹੋ ਰਹੇ ਨੇ, ਆਪਾਂ ਉਸ ਦੇ ਉੱਤੇ ਜਾਵਾਂਗੇ। ਪਰ ਪਹਿਲਾਂ ਤੁਹਾਡੇ ਜ਼ਰੀਏ ਸਮਝਣਾ ਚਾਹੁੰਦੇ ਹਾਂ ਕਿ ਇਸ ਸਮੇਂ ਮੰਡੀਆਂ ਦੇ ਹਾਲਾਤ ਤੁਸੀਂ ਕਿਵੇਂ ਦੇਖ ਰਹੇ ਹੋ, ਚਾਹੇ ਖਰੀਦ ਤੋਂ ਲੈ ਕੇ ਬਾਰਦਾਨੇ ਤੱਕ, ਲਿਫਟਿੰਗ ਤੱਕ। ਪੰਜਾਬ ਗਵਰਨਮੈਂਟ ਬਿਲਕੁਲ ਤਿਆਰ ਸੀਗੀ ਹਮੇਸ਼ਾ ਦੀ ਤਰ੍ਹਾਂ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਹੁੰਦੀ ਸਾਰਾ ਪੰਜਾਬ ਜਾਣਦਾ, ਉਦੋਂ ਪ੍ਰੋਕਿਉਰਮੈਂਟ ਦੀ ਅਦਾਇਗੀ ਤੇ ਨਾਲ ਦੀ ਨਾਲ ਲਿਫਟਿੰਗ ਦੇ ਵਿੱਚ ਕੋਈ ਮੁਸ਼ਕਿਲ ਆਉਂਦੀ ਨਹੀਂ ਹੈ ਜੀ। ਤੇ ਇਸ ਵਾਰ ਵੀ ਮਹਿਕਮੇ, ਮੰਡੀ ਬੋਰਡ ਔਰ ਫੂਡ ਮਹਿਕਮਾ, ਪ੍ਰੋਕਿਉਰਿੰਗ ਏਜੰਸੀਆਂ ਬਿਲਕੁਲ ਤਿਆਰ ਸੀਗੀਆਂ। ਇੱਕ ਕੋਵਿਡ ਸੀਗਾ, ਉੱਤੋਂ ਥੋੜੀ ਜਿਹੀਆਂ ਸੈਂਟਰ ਗਵਰਨਮੈਂਟ ਦੀਆਂ ਇਹੋ ਜਿਹੀਆਂ ਇੰਸਟਰਕਸ਼ਨਸ ਸੀਗੀਆਂ ਜਿਹਨੂੰ ਥੋੜਾ ਜਿਹਾ ਰੇੜਕਾ ਆ ਰਿਹਾ ਸੀ ਸ਼ੁਰੂਆਤੀ ਦੌਰ ਦੇ ਵਿੱਚ ਉਹਨੂੰ ਕੰਪਲਾਈ ਕਰਨ ਚ। ਪਰ ਜਦੋਂ 10 ਤਰੀਕ ਨੂੰ ਆੜਤੀਆਂ ਨਾਲ ਮੀਟਿੰਗ ਹੋਣ ਤੋਂ ਬਾਅਦ, ਸੀਐਮ ਸਾਹਿਬ ਦੀ ਕਮਿਟਮੈਂਟ ਤੋਂ ਬਾਅਦ, ਸੀਐਮ ਸਾਹਿਬ ਨੇ ਜੋ ਉਹਨਾਂ ਨੂੰ ਆਸ਼ਵਾਸਨ ਦਿੱਤਾ, ਉਹਨਾਂ ਨੇ ਆਪਣੀ ਹੜਤਾਲ ਚੱਕੀ ਤੇ ਪ੍ਰੋਕਿਉਰਮੈਂਟ ਸ਼ੁਰੂ ਹੋਈ। 11 ਤੋਂ ਬਾਅਦ ਇਮੀਡੀਏਟ ਇੰਨੀ ਤੇਜ਼ੀ ਨਾਲ ਫਸਲ ਆਈ ਜਿਹੜੀ ਪਹਿਲਾਂ ਕਦੀ ਕਿਸੇ ਸੀਜ਼ਨ ਚ ਆਈ ਨਹੀਂ। ਪਰ ਉਹਦੇ ਬਾਵਜੂਦ ਮੈਂ ਸ਼ਾਬਾਸ਼ੀ ਦਊਂਗਾ ਸਾਰੀਆਂ ਪ੍ਰੋਕਿਉਰਿੰਗ ਏਜੰਸੀ ਦੇ ਸਟਾਫ ਨੂੰ ਜਿਨ੍ਹਾਂ ਨੇ ਬੜਾ ਬਾਖੂਬੀ ਪ੍ਰੋਕਿਉਰਮੈਂਟ ਕਰਨੀ ਸ਼ੁਰੂ ਕੀਤੀ ਤੇ ਅੱਜ ਤਾਈਂ ਜਾਰੀ ਹੈ। ਸ਼ੁਰੂਆਤੀ ਦੌਰ ਚ ਕਿਤੇ ਨਾ ਕਿਤੇ ਮੁਸ਼ਕਿਲਾਂ ਆਉਂਦੀਆਂ ਹੀ ਹੈ। ਮੈਂ ਤੁਹਾਨੂੰ ਦੱਸ ਦਿਆਂ ਵੀ ਪਿਛਲੇ ਸਾਲ ਨਾਲੋਂ ਅੱਜ ਤਾਈਂ 9 ਗੁਣਾ ਜ਼ਿਆਦਾ ਫਸਲ ਆ ਚੁੱਕੀ ਮੰਡੀਆਂ 'ਚ, ਔਰ ਤੁਸੀਂ 11 ਤੋਂ ਲੈ ਕੇ 19 ਤੱਕ 8-9 ਦਿਨ ਹੀ ਹੋਏ ਆ, ਔਰ ਤਕਰੀਬਨ ਅੱਧੀ ਫਸਲ ਸਾਰੀ ਪ੍ਰੋਕਿਉਰਮੈਂਟ ਦੀ ਜਿਹੜੀ ਅਸੀਂ 45 ਦਿਨਾਂ 'ਚ ਕਰਨੀ ਹੁੰਦੀ ਹੈ ਉਹ 9 ਦਿਨਾਂ ਦੇ ਵਿੱਚ ਮੰਡੀਆਂ 'ਚ ਆ ਚੁੱਕੀ। 54 ਲੱਖ ਮੀਟ੍ਰਿਕ ਟਨ ਦੇ ਕਰੀਬ ਅਰਾਈਵਲ ਹੋ ਗਈ। ਔਰ ਮੈਂ ਤੁਹਾਨੂੰ ਖੁਸ਼ੀ ਨਾਲ ਇਹ ਦੱਸਣਾ ਚਾਹਾਂਗਾ ਵੀ 50 ਲੱਖ ਦੇ ਕਰੀਬ ਅਸੀਂ ਉਹਦੇ 'ਚੋਂ ਪ੍ਰੋਕਿਉਰ ਕਰ ਚੁੱਕੇ ਹਾਂ ਫਸਲ ਜੀ। ਤੇ ਜਿੱਥੇ ਕਿਤੇ ਕੋਈ ਬਾਰਦਾਨਾ ਇਸ਼ੂਜ਼ ਆਉਂਦੇ ਆ, ਕਿਉਂਕਿ ਫਸਲ ਇੱਕੋ ਦਮ ਮੰਡੀਆਂ 'ਚ ਆ ਜਾਏ ਤਾਂ ਜਿੱਥੇ ਲੋਕਲ ਲੈਵਲ ਤੇ ਅਰੇਂਜਮੈਂਟ ਜੇ ਥੋੜੇ ਕੀਤੇ ਹੁੰਦੇ ਆ ਤਾਂ ਫਸਲ ਜ਼ਿਆਦਾ ਆਈ ਹੁੰਦੀ ਹੈ, ਤਾਂ ਦੂਸਰੇ ਪਾਸੇ ਟਰਾਂਸਪੋਰਟੇਸ਼ਨ ਕਰਦੇ ਥੋੜਾ ਬਹੁਤ ਟਾਈਮ ਲੱਗਦਾ। ਅਸੀਂ ਉਸ ਟਾਈਮ ਨੂੰ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਇਹ ਕੋਸ਼ਿਸ਼ ਕੀਤੀ ਹੈ ਵੀ ਕਿਤੇ ਵੀ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਨਾ ਆਵੇ। ਇਨੀਸ਼ੀਅਲ ਤੌਰ ਤੇ ਜ਼ਰੂਰ ਕਿਤੇ ਨਾ ਕਿਤੇ ਮੁਸ਼ਕਿਲਾਂ ਆਈਆਂ, ਪਰ ਅੱਜ ਦੀ ਤਰੀਕ 'ਚ ਪ੍ਰੋਕਿਉਰਮੈਂਟ ਦੇ ਉੱਤੇ ਜਿਹੜਾ ਬਾਰਦਾਨਾ ਇਸ਼ੂ ਹੈ ਉਹਦੇ ਤੇ ਸਥਿਤੀ ਕਾਫੀ ਸੁਖਾਵੀਂ ਹੈ। ਜਿਵੇਂ ਮੈਂ ਸ਼ੁਰੂਆਤ ਤੋਂ ਕਹਿੰਦਾ ਆ ਰਿਹਾ ਵੀ ਸਾਡੇ ਕੋਲ ਬਾਰਦਾਨਾ ਹੈਗਾ, ਅਗਰ ਜਿਹੜਾ ਕੁਝ ਬਾਰਦਾਨਾ ਸਾਡਾ ਟਰਾਂਸਪੋਰਟੇਸ਼ਨ 'ਚ ਹੈ, ਔਰ ਕੁਝ ਬਾਰਦਾਨਾ ਅਸੀਂ ਵਨਸ ਯੂਜ਼ ਦੀ ਪਰਮਿਸ਼ਨ ਲੈ ਕੇ ਸਾਰੇ ਆੜਤੀਆਂ ਨੂੰ ਕਹਿ ਦਿੱਤਾ ਹੋਇਆ ਜਿੱਥੇ ਤੁਹਾਨੂੰ ਲੱਗਦਾ ਤੁਸੀਂ ਆਪ ਮਾਰਕੀਟ 'ਚੋਂ ਪੁਰਾਣਾ ਬਾਰਦਾਨਾ ਲਗਾ ਕੇ ਫਸਲ ਪ੍ਰੋਕਿਉਰ ਕਰ ਸਕਦੇ ਹੋ, ਕਿਸੇ ਨੂੰ ਕੋਈ ਮੁਸ਼ਕਿਲ ਨਹੀਂ। ਉਹਨਾਂ ਨੂੰ ਉਹਦਾ ਰੇਟ ਵੀ ਡਿਸਕਵਰ ਕਰਕੇ 41 ਰੁਪਏ 90 ਪੈਸੇ ਦੱਸ ਦਿੱਤਾ, ਜਿਹੜਾ ਬਿਲਕੁਲ ਵਾਜਬ ਰੇਟ ਹੈ। ਤੇ ਮੇਰਾ ਖਿਆਲ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਬਾਰਦਾਨੇ ਦੇ ਫਰੰਟ ਦੇ ਉੱਤੇ ਕੋਈ ਮੁਸ਼ਕਿਲ ਨਹੀਂ ਆਉਣ ਵਾਲੀ ਜੀ। ਨਹੀਂ ਸਰ, ਵਿਰੋਧੀ ਪ੍ਰਦਰਸ਼ਨ ਕਰ ਰਹੇ ਨੇ, ਮੈਂ ਉਸ ਪੁਆਇੰਟ ਦੇ ਉੱਤੇ ਆ ਜਾਵਾਂ, ਉਸ ਤੋਂ ਬਾਅਦ ਮੈਂ ਕਰੋਨਾ ਦਾ ਵੀ ਜ਼ਿਕਰ ਕਰੂੰਗਾ। ਦੇਖੋ ਵਿਰੋਧੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇੱਕ ਤਾਂ ਤੁਸੀਂ 10 ਦਿਨ ਲੇਟ ਸ਼ੁਰੂਆਤ ਕੀਤੀ, ਇਸ ਨੂੰ ਲੈ ਕੇ ਵੀ ਉਹ ਕੁਐਸਚਨ ਚੁੱਕ ਰਹੇ ਨੇ ਕਿ ਕੀ ਜ਼ਰੂਰਤ ਸੀ, ਕਿਉਂਕਿ ਕਰੋਨਾ ਵੱਧ ਰਿਹਾ ਸੀ, ਆਪਾਂ ਨੂੰ ਪਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਵਧੇਗੀ ਘਟੇਗੀ ਨਹੀਂ। ਤੇ ਦੂਜਾ ਉਹ ਕਹਿੰਦੇ ਨੇ 10 ਦਿਨ ਲੇਟ ਹੋਇਆ ਫਿਰ ਵੀ ਪ੍ਰਬੰਧ ਨਹੀਂ ਕੀਤੇ, ਖਾਸ ਤੌਰ ਤੇ ਬਾਰਦਾਨੇ ਦੇ। ਤੁਸੀਂ ਕਹਿ ਰਹੇ ਹੋ ਬਾਰਦਾਨੇ ਦੀ ਪੂਰੀ ਇਸ ਸਮੇਂ ਜਿਹੜੀ ਜ਼ਰੂਰਤ ਉਹ ਹੈਗੇ। ਮੈਂ ਤੁਹਾਨੂੰ ਦੋਨੋਂ ਚੀਜ਼ਾਂ ਦਾ ਜਵਾਬ ਦੇਣਾ ਸਾਹਿਬ। ਇੱਕ ਤਾਂ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਕੋਵਿਡ ਅੱਜ ਨਹੀਂ ਵਧਿਆ, ਕੋਵਿਡ ਪਿਛਲੇ ਮਹੀਨੇ ਤੋਂ ਵੱਧ ਰਿਹਾ ਸੀ, ਔਰ ਜੋ ਰਿਪੋਰਟ ਸੀਗੀਆਂ ਉਹ ਇਹ ਸੀਗੀਆਂ ਵੀ ਦਿਹਾਤੀ ਇਲਾਕੇ 'ਚ ਇਸ ਵਾਰ ਜ਼ੋਰ ਉਹਨਾਂ ਦਾ ਜ਼ਿਆਦਾ ਹੈ। ਤਾਂ ਉਸ ਵੇਲੇ ਸਾਰੀ ਕੈਬਨਿਟ ਨੇ, ਸੀਐਮ ਸਾਹਿਬ ਨੇ ਡਿਸਾਈਡ ਕਰਿਆ ਵੀ ਪ੍ਰੋਕਿਉਰਮੈਂਟ ਥੋੜਾ ਜਿਹਾ, ਕਿਉਂਕਿ ਵੈਸੇ ਵੀ ਜੋ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਹੁੰਦੀ ਹੈ 7-8 ਤਰੀਕ ਤੋਂ ਪਹਿਲਾਂ ਫਸਲ ਆਉਂਦੀ ਨਹੀਂ ਹੈ। ਅਸੀਂ ਉਹਨਾਂ ਨੂੰ ਮੰਡੀਆਂ ਦੀ ਤਾਦਾਦ ਹੋਰ ਵਧਾਈ ਜਾਵੇ, ਸਟੈਗਰਡ ਵੇ ਨਾਲ ਪ੍ਰੋਕਿਉਰਮੈਂਟ ਕੀਤੀ ਜਾਵੇ, ਕਿਸੇ ਕਿਸਾਨ ਨੂੰ ਕੋਈ ਨੁਕਸਾਨ ਨਾ ਪਹੁੰਚੇ, ਇਹ ਬਿਮਾਰੀ ਕਰਕੇ ਉਹਨਾਂ ਜਾਨ ਦੀ ਰੱਖਿਆ ਕੀਤੀ ਜਾ ਸਕੇ। ਅਸੀਂ 10 ਤਰੀਕ ਨੂੰ ਲੈ ਕੇ ਗਏ। ਬਾਕੀ ਬਾਰਦਾਨੇ ਦੀ ਰਹੀ ਗੱਲ, ਬਾਰਦਾਨਾ ਸਾਰੇ ਹਿੰਦੁਸਤਾਨ 'ਚ ਅੱਜ ਬਾਰਦਾਨਾ ਪ੍ਰੋਬਲਮ ਚੱਲਦੀ ਪਈ। ਜੂਟ ਮਿਲਾਂ ਬੰਦ ਪਈਆਂ, ਬੰਗਾਲ 'ਚ ਇਲੈਕਸ਼ਨ ਚੱਲਦੇ, ਪਿਛਲੇ ਸਾਲ ਅੰਫਨ ਤੂਫਾਨ ਕਰਕੇ ਜੂਟ ਦੀ ਫਸਲ ਤਬਾਹ ਹੋ ਗਈ। ਸਾਨੂੰ ਜੂਟ ਦਾ ਬਾਰਦਾਨਾ ਜੂਟ ਕਮਿਸ਼ਨਰ ਆਫ ਇੰਡੀਆ ਸੈਂਟਰ ਗਵਰਨਮੈਂਟ ਵੱਲੋਂ ਘੱਟ ਮਿਲਿਆ। ਸਾਨੂੰ ਡਿਲੂਸ਼ਨ ਮਿਲੀ ਪੀਪੀ ਬੈਗਸ ਖਰੀਦਣ ਦੀ, HDP ਬੈਗਸ ਖਰੀਦਣ ਦੀ, ਅਸੀਂ ਉਹਦੇ ਟੈਂਡਰ ਲਗਾਏ। ਉਹਦਾ ਰਾ ਮਟੀਰੀਅਲ ਸਾਰਾ ਪੈਟਰੋਲੀਅਮ ਪ੍ਰੋਡਕਟ ਹੈ, ਤੇ ਪੈਟਰੋਲ ਦੇ ਰੇਟ, ਡੀਜ਼ਲ ਰੇਟ, ਪੈਟਰੋਲੀਅਮ ਰੇਟ ਕਿਸ ਤਰੀਕੇ ਇਨਕਰੀਜ਼ ਕੀਤੇ ਆ ਪਿਛਲੇ 2 ਮਹੀਨੇ 'ਚ ਤੁਹਾਨੂੰ ਪਤਾ ਹੈ। ਉਹਦੇ 'ਚ ਸਾਡੇ ਸਪਲਾਇਰ ਦੌੜਨ ਲੱਗ ਗਏ। ਅਸੀਂ ਫਿਰ ਵੀ ਪੂਰਾ ਬਾਰਦਾਨਾ ਪ੍ਰੋਕਿਉਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਦੀ ਨਾਲ ਅਸੀਂ ਯੂਜ਼ਡ ਬਾਰਦਾਨਾ
ਵਰਤਣ ਦੀ ਪਰਮਿਸ਼ਨ ਸੈਂਟਰ ਗਵਰਨਮੈਂਟ ਤੋਂ ਲਈ, ਜਿਹੜੀ 12 ਤਰੀਕ ਨੂੰ ਸਾਨੂੰ ਮਿਲੀ ਤੇ ਅਸੀਂ ਆੜਤੀ ਸਹਿਬਾਨਾਂ ਨੂੰ ਦੇਤੀ। ਹੁਣ ਆੜਤੀ ਕਾਫੀ ਜਗ੍ਹਾ ਤੇ, ਕੁਝ ਜਗ੍ਹਾ ਤੇ ਰਿਲੈਕਟੈਂਟ ਹੈਗੇ ਨੇ, ਪਰ ਕਾਫੀ ਜਗ੍ਹਾ ਤੇ ਪ੍ਰੋਕਿਉਰ ਕਰਕੇ ਬਾਰਦਾਨਾ ਉਹ ਲਗਾਉਣ ਲੱਗ ਗਏ। ਹੁਣ ਬਾਰਦਾਨੇ ਦੀ ਪ੍ਰੋਬਲਮ ਕਿਤੇ ਹੈ ਨਹੀਂ। ਅਗਰ ਇਹ ਫਸਲ ਹੌਲੀ ਹੌਲੀ ਸਟੈਗਰਡ ਵੇ ਨਾਲ ਆਉਂਦੀ ਤਾਂ ਮੇਰਾ ਖਿਆਲ ਬਾਰਦਾਨੇ ਦੀ ਮੁਸ਼ਕਿਲ ਸਾਹਮਣੇ ਨਹੀਂ ਸੀ ਆਉਣੀ, ਪਰ ਇੱਕੋਦਮ ਫਸਲ ਆਈ ਹੈ, ਅਸੀਂ ਉਹਨੂੰ ਵੀ ਵੈਲਕਮ ਕੀਤਾ। ਬਿਲਕੁਲ ਸਾਡੇ ਕਿਸੇ ਵੀ ਅਸੀਂ ਸਿਸਟਮ ਉਹਦੇ ਆੜੇ ਨਹੀਂ ਆਣ ਦਿੱਤਾ। ਕਿਸੇ ਕਿਸਾਨ ਨੇ ਮਿਹਨਤ ਨਾਲ ਫਸਲ ਵੱਢੀ ਹੈ, ਜੇ ਉਹਨਾਂ ਦੇ ਮਨ ਵਿੱਚ ਡਰ, ਮੌਸਮ ਦਾ ਭੈ, ਉਹਦੇ ਕਰਕੇ ਉਹ ਜ਼ਿਆਦਾ ਫਸਲ ਵੀ ਲੈ ਆਏ ਹੈ, ਤਾਂ ਅਸੀਂ ਫਸਲ ਉਹ ਸਾਂਭੀ ਹੈ। ਅੱਜ ਤਾਈਂ ਕਿਤੇ ਗਲਟ ਦੀ ਪੋਜੀਸ਼ਨ ਨਹੀਂ ਆਣ ਦਿੱਤੀ। ਫਟਾਫਟ ਸਾਡੀ ਲਿਫਟਿੰਗ ਤਕਰੀਬਨ 20 ਲੱਖ ਦੇ ਕਰੀਬ ਪਹੁੰਚ ਗਈ ਹੈ। ਅਸੀਂ 50 ਲੱਖ ਦੇ ਕਰੀਬ ਪ੍ਰੋਕਿਉਰ ਕਰ ਚੁੱਕੇ ਹਾਂ। 54 ਲੱਖ ਅਰਾਈਵਲ ਸਾਡੀ ਹੈਗੀ ਹੈ, ਤੇ ਜਿਹੜੀ ਅੱਜ 7-8 ਲੱਖ ਆਏਗੀ ਤੇ ਉਹਦੇ ਵਿੱਚੋਂ ਵੀ ਅਸੀਂ ਪ੍ਰੋਕਿਉਰ ਕਰ ਲਾਂਗੇ। ਅਸੀਂ ਲਿਫਟਿੰਗ ਥੋੜਾ ਜਿਹਾ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਟਾਈਮਲੀ ਇਹ ਸਾਰੀ ਫਸਲ ਅਸੀਂ ਜਿਹੜੀਆਂ ਤੈਅ ਜਗ੍ਹਾ ਹੈਗੀਆਂ ਸਟੋਰੇਜ ਵਾਸਤੇ ਉੱਥੇ ਲਿਜਾ ਸਕੀਏ ਔਰ ਉਹਨੂੰ ਸੰਭਾਲ ਸਕੀਏ। ਸਰ, ਬਾਰਦਾਨੇ ਵਾਲੀ ਪ੍ਰੋਬਲਮ ਕਿਤੇ ਆਈ ਹੈ? ਵੈਸੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਇਸ਼ੂਜ਼ ਰਹੀਆਂ, ਚਾਹੇ ਉਹ ਕੋਵਿਡ ਦਾ ਹੋਵੇ ਜਾਂ ਫਿਰ ਮੌਸਮ ਦੀ ਵਜ੍ਹਾ ਨਾਲ ਜੂਟ ਦੀ ਜਿਹੜੀ ਫਸਲ ਆ ਉਹ ਖਰਾਬ ਹੋਈ ਹੋਵੇ, ਜਾਂ ਜਿਹੜੇ ਰੇਟਸ ਵਧੇ ਪੈਟਰੋਲ ਡੀਜ਼ਲ ਦੇ, ਉਸ ਦੀ ਵਜ੍ਹਾ ਨਾਲ ਸਪਲਾਇਰਸ ਤੁਸੀਂ ਖੁਦ ਜ਼ਿਕਰ ਕੀਤਾ ਕਿ ਉਹ ਵੀ ਦੌੜਦੇ ਨਜ਼ਰ ਆਏ, ਕਿ ਇਸ ਵਜ੍ਹਾ ਨਾਲ ਪੰਜਾਬ ਦੇ ਕੋਈ ਡਿਸਟ੍ਰਿਕਟਸ ਅਜਿਹੇ ਹੈਗੇ ਨੇ ਜਿੱਥੇ ਤੁਹਾਨੂੰ ਲੱਗਿਆ ਕਿ ਹਾਂ ਦਿੱਕਤ ਆਈ ਸੀ ਪਰ ਦੂਰ ਕਰਨ 'ਚ ਕਾਮਯਾਬ ਹੋਏ ਆ? ਹਾਂ ਸ਼ੁਕਲਾ ਜੀ, ਇਹਨੂੰ ਮੰਨਣ 'ਚ ਕੋਈ ਗੁਰੇਜ਼ ਨਹੀਂ ਹੋਏਗਾ, ਕਿਉਂਕਿ ਫਸਲ ਜੇ ਅਸੀਂ ਮੰਡੀਆਂ 'ਚ ਬਾਰਦਾਨਾ ਰੂਟੀਨ ਦਾ ਹੁੰਦਾ ਵੀ ਇਹ ਇੱਕ ਪਹਿਲੇ ਦਿਨ 50 ਆਏਗੀ, ਦੂਸਰੇ ਦਿਨ 100 ਕੁਇੰਟਲ ਆਏਗੀ, ਉਹਦੇ ਹਿਸਾਬ ਨਾਲ ਬਾਰਦਾਨੇ ਦਾ ਅਰੇਂਜਮੈਂਟ ਕੀਤਾ ਜਾਂਦਾ ਹੈ। ਪਰ ਜੇ ਪਹਿਲੇ ਦਿਨੋਂ ਹੀ 50 ਦੀ ਜਗ੍ਹਾ 500 ਕੁਇੰਟਲ ਆ ਜਾਏ ਤਾਂ ਉਹ ਥੋੜਾ ਜਿਹਾ ਇਸ਼ੂ ਬਣ ਜਾਂਦਾ ਹੈ। ਪਰ ਇਸ਼ੂ ਮੌਕੇ ਤੇ ਹੀ 4-4 5-5 ਘੰਟਿਆਂ 'ਚ ਐਡਰੈਸ ਹੁੰਦੇ ਰਹੇ ਹੈ। ਜਿਹੜਾ ਬਾਰਦਾਨਾ ਅਸੀਂ ਫਟਾਫਟ ਟਰਾਂਸਪੋਰਟ ਕੀਤਾ ਆ ਤੇ ਕੋਸ਼ਿਸ਼ ਕੀਤੀ ਹੈ ਵੀ ਕਿਸਾਨਾਂ ਨੂੰ ਮੁਸ਼ਕਿਲ ਨਾ ਆਵੇ। ਪਰ ਇਨੀਸ਼ੀਅਲ ਸਟੇਜ ਤੇ ਮੈਨੂੰ ਮੰਨਣ 'ਚ ਕੋਈ ਗੁਰੇਜ਼ ਨਹੀਂ ਵੀ 2-4 ਦਿਨ ਇਹ ਮੁਸ਼ਕਿਲਾਂ ਜ਼ਰੂਰ ਆਈਆਂ, ਪਰ ਜਦੋਂ ਯੂਜ਼ਡ ਬਾਰਦਾਨੇ ਦੀ ਪਰਮਿਸ਼ਨ ਮਿਲ ਗਈ ਉਸ ਤੋਂ ਬਾਅਦ ਇਹ ਵੀ ਮੁਸ਼ਕਿਲ ਘਟਦੀ ਗਈ। ਇਨੀਸ਼ੀਅਲੀ ਕਿਉਂਕਿ ਡੀਬੀਟੀ ਤੇ ਅਸੀਂ ਸਿੱਧੀ ਪੇਮੈਂਟ ਕਰਨੀ ਸੀ, ਇਹਦੇ 'ਚ ਵੀ ਮੁਸ਼ਕਿਲਾਂ ਸੀਗੀਆਂ, ਪਰ ਅੱਜ ਇਹ ਵੀ ਮੁਸ਼ਕਿਲ ਅਸੀਂ ਸਾਡੇ ਮਹਿਕਮੇ ਦੇ ਆਫੀਸਰਸ ਨੇ ਦਿਨ ਰਾਤ ਮਿਹਨਤ ਕਰਕੇ ਇਹਨੂੰ ਵੀ ਖਤਮ ਕੀਤਾ। ਚਲੋ ਮੈਂ ਡੀਬੀਟੀ ਵਾਲੇ ਤੇ ਆਉਣਾ ਸਰ, ਪਰ 10 ਦਿਨ ਦਾ ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ ਕਿ 10 ਦਿਨ ਇਸ ਵਾਰ ਲੇਟ ਜਿਹੜਾ ਪੂਰਾ ਪ੍ਰੋਸੈਸ ਹੈ ਉਹ ਲੇਟ ਸ਼ੁਰੂ ਹੋਇਆ ਸਰਕਾਰੀ ਖਰੀਦ ਦਾ, ਤੇ ਇਸ ਵਿਚਾਲੇ ਮੌਸਮ ਬਦਲਿਆ। ਦੇਖੋ, ਵਿਰੋਧੀ ਇਹ ਕਹਿ ਰਹੇ ਨੇ ਕਿ ਜੇ 10 ਦਿਨ ਪਹਿਲਾਂ ਹੋ ਜਾਂਦਾ ਤਾਂ ਜਿਹੜੀ ਕਣਕ ਦੀ ਫਸਲ ਨੂੰ ਨੁਕਸਾਨ ਹੋਇਆ ਹੈ, ਜਾਂ ਫਿਰ ਜਿਹੜਾ ਜਿੱਥੇ ਫਸਲਾਂ ਵੱਢ ਲਈਆਂ ਗਈਆਂ ਸੀ ਉੱਥੇ ਕੁਝ ਥਾਵਾਂ ਦੇ ਉੱਤੇ ਕੁਝ ਦਾਣਾ ਕਾਲਾ ਪੈ ਗਿਆ। ਕੁਝ ਕਿਸਾਨਾਂ ਦੀ ਅਸੀਂ ਸੁਣੀ ਆ, ਉਹ ਕਹਿ ਰਹੇ ਸੀ ਕਿ ਸਾਡਾ ਦਾਣਾ 2 ਦਾਣੇ ਕਾਲੇ ਪੈ ਜਾਂਦੇ ਨੇ, ਉਸ ਦੇ ਉੱਤੇ ਕੁਐਸਚਨ ਚੁੱਕ ਦਿੱਤਾ ਜਾਂਦਾ ਹੈ। ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਅਗਰ 10 ਦਿਨ ਆਪਾਂ ਨਾ ਉਹ ਅੱਗੇ ਵਧਾਉਂਦੇ ਤਾਂ ਸ਼ਾਇਦ ਮੌਸਮ ਵਾਲੇ ਪੂਰੇ ਸਰਕਮਸਟੈਂਸਿਸ ਦੇ ਨਾਲ ਵੀ ਨਜਿੱਠਿਆ ਜਾ ਸਕਦਾ ਸੀ? ਸ਼ੁਕਲਾ ਜੀ, ਬੜੀ ਬੇਈਮਾਨੀ ਗੱਲ ਹੈ, ਕਿਉਂਕਿ ਤੁਸੀਂ ਪਿਛਲੇ 10 ਸਾਲਾਂ ਦਾ ਰਿਕਾਰਡ ਚੱਕ ਕੇ ਦੇਖ ਲਓ, ਕਦੀ 8-9 ਤਰੀਕ ਤੋਂ ਪਹਿਲਾਂ ਫਸਲ ਆਉਂਦੀ ਨਹੀਂ। ਫਿਰ ਫਸਲ ਜਦੋਂ ਕਿਸਾਨ ਵੱਢਦਾ ਆ, ਚਾਹੇ ਪ੍ਰੋਕਿਉਰਮੈਂਟ ਸ਼ੁਰੂ ਹੋਵੇ ਨਾ ਹੋਵੇ, ਉਹ ਸਿੱਧਾ ਮੰਡੀ ਲੈ ਜਾਂਦਾ, ਉਹ ਘਰ ਨਹੀਂ ਆਪਣੇ ਰੱਖਦਾ। ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਵੀ ਤੁਸੀਂ ਪਾਸਿਸ ਦੇ ਨਾਲ ਆਓ, ਫਸਲ ਇੱਕ ਅੱਧਾ ਦਿਨ ਘਰ ਰੱਖ ਲਓ, ਪਰ ਕਿਤੇ ਰੱਖੀ ਨਹੀਂ ਜਾਂਦੀ, ਪ੍ਰੈਕਟੀਕਲੀ ਤੁਹਾਨੂੰ ਵੀ ਪਤਾ ਆ। ਤੇ ਇਸ ਵਾਰੀ ਵੀ ਇਹੀ ਹੋਇਆ। ਜਦੋਂ 10 ਤਰੀਕ ਨੂੰ ਪ੍ਰੋਕਿਉਰਮੈਂਟ ਸ਼ੁਰੂ ਕੀਤੀ, ਭਾਈ ਸਾਹਿਬ ਪਿਛਲੇ ਸਾਲ ਪ੍ਰੋਕਿਉਰਮੈਂਟ 17 ਤਰੀਕ ਨੂੰ ਸ਼ੁਰੂ ਕੀਤੀ ਗਈ ਸੀ ਜੀ, ਬਿਲਕੁਲ, ਜਦੋਂ ਪਿਛਲੇ ਸਾਲ ਕੋਵਿਡ ਸ਼ੁਰੂ ਹੋਇਆ ਸੀ। ਐਤਕੀ ਤਾਂ ਬੜੇ ਟਾਈਮਲੀ 10 ਤਰੀਕ ਨੂੰ ਅਸੀਂ ਸ਼ੁਰੂ ਕਰ ਲਈ, ਔਰ 10 ਤਰੀਕ ਨੂੰ ਸ਼ੁਰੂ ਕਰਕੇ 19 ਤਰੀਕ ਤੱਕ 54 ਲੱਖ ਮੀਟ੍ਰਿਕ ਟਨ, ਤਕਰੀਬਨ ਅੱਧੀ ਫਸਲ ਮੰਡੀਆਂ 'ਚ ਆ ਗਈ ਹੋਈ ਸਾਹਿਬ। ਤੁਸੀਂ ਸਪੀਡ ਦੇਖੋ, ਪਿਛਲੇ ਸਾਲ ਨਾਲੋਂ 9 ਗੁਣਾ ਜ਼ਿਆਦਾ ਸਪੀਡ ਹੈ, ਤੇ ਉਹ ਸਪੀਡ ਨੂੰ ਵੀ ਸਾਡੇ ਸਾਰੇ ਆਫੀਸਰਸ ਨੇ ਉਨੀ ਸਪੀਡ ਨਾਲ ਹੀ ਫਸਲ ਨੂੰ ਸਾਂਭਣ ਦੀ ਤਿਆਰੀ ਕੀਤੀ, ਕੋਸ਼ਿਸ਼ ਕੀਤੀ। ਕਿਤੇ ਮੁਸ਼ਕਿਲਾਂ ਜ਼ਰੂਰ ਆਈਆਂ, ਤੇ ਮੈਂ ਉਹ ਮੁਸ਼ਕਿਲਾਂ ਨੂੰ, ਮੈਂ ਤਾਂ ਸਾਰੇ ਆਪਣੇ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਅਕਾਲੀ ਦਲ ਦੇ ਲੀਡਰ ਸਾਹਿਬਾਨ ਜਿਹੜੇ ਧਰਨੇ ਲਾਉਂਦੇ ਆ, ਮੈਂ ਤਾਂ ਉਹਨਾਂ ਨੂੰ ਕਹਾਂਗਾ ਵੀ ਮੈਂ ਵੀ ਮੰਡੀਆਂ 'ਚ ਤੁਰਿਆ ਫਿਰਦਾ, ਤੁਸੀਂ ਵੀ ਆਓ ਮੰਡੀਆਂ 'ਚ, ਜਿੱਥੇ ਜਿਹੜੇ ਕਿਸਾਨ ਦੀ ਮੁਸ਼ਕਿਲ ਹੈ ਆਪਾਂ ਰਲ ਮਿਲ ਦੂਰ ਕਰੀਏ। ਤੁਸੀਂ ਵੀ ਐਡਮਿਨਿਸਟ੍ਰੇਸ਼ਨ ਨਾਲ ਰਾਬਤਾ ਰੱਖੋ, ਕਿਉਂਕਿ ਮਕਸਦ ਤੁਹਾਡਾ ਵੀ ਉਹੀ ਹੈ, ਮਕਸਦ ਸਾਡਾ ਵੀ ਇਹੀ ਹੈ। ਅੱਜ ਕਿਸਾਨੀ ਨੂੰ ਸਪੋਰਟ ਦੀ ਲੋੜ ਆ। ਕਿਸਾਨ ਸਾਡਾ 4-4 ਮਹੀਨਿਆਂ ਤੋਂ ਐਜੀਟੇਸ਼ਨ ਤੇ ਬੈਠਾ ਆ। ਉਹਨਾਂ ਦੇ ਜੇ ਕਿਤੇ ਮੁਸ਼ਕਿਲ ਆਉਂਦੀ ਹੈ ਤਾਂ ਹਰ ਪੋਲੀਟੀਕਲ ਪਾਰਟੀ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਦੇ ਮਦਦਗਾਰ ਬਣਨਾ ਚਾਹੀਦਾ। ਤੇ ਮੈਂ ਤਾਂ ਉਹਨਾਂ ਨੂੰ ਹੁਣ ਵੀ ਕਹਿਣਾ ਆ, ਮੈਂ ਮਦਦ ਮੰਗਦਾ ਆ, ਰਾਦਰ ਇਹ ਕਹਾਂ ਵੀ ਆਓ ਆਪਾਂ ਕਿਸਾਨਾਂ ਦੇ ਭਲੇ ਲਈ ਮਿਹਨਤ ਕਰੀਏ। ਜਿੱਥੇ ਜਿਹੜੀ ਮੰਡੀ 'ਚ ਕੋਈ ਮੁਸ਼ਕਿਲ ਆਉਂਦੀ ਹੈ ਮੈਨੂੰ ਦੱਸੋ, ਮੇਰੇ ਸਟਾਫ ਨੂੰ ਦੱਸੋ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਸਾਡੇ ਡੀਸੀ ਸਾਹਿਬਾਨ, ਐਸਡੀਐਮਸ, ਸਾਰੇ ਅਸੀਂ ਪੱਬਾਂ ਪਾਰ ਕੀਤੇ ਹੋਏ ਵੀ ਕਿਤੇ ਕਿਸੇ ਕਿਸਾਨ ਨੂੰ, ਕਿਸੇ ਆੜਤੀਏ ਨੂੰ, ਕਿਸੇ ਟਰਾਂਸਪੋਰਟਰ ਨੂੰ ਮੁਸ਼ਕਿਲ ਨਹੀਂ ਆਉਣ ਦੇਣੀ ਜੀ। ਸਰ, ਮੈਂ ਇੱਕ ਕਰੋਨਾ ਨੂੰ ਲੈ ਕੇ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਖੁਦ ਕਿਹਾ ਕਿ 8-9 ਦਿਨ ਦੇ ਵਿੱਚ ਸਾਡੇ ਕੋਲ ਤਕਰੀਬਨ 50% ਜਿਹੜੀ ਆਮਦ ਹੈ ਉਹ ਕਣਕ ਦੀ ਹੋ ਚੁੱਕੀ ਹੈ,
ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਦੇ ਦਿਮਾਗ ਦੇ ਵਿੱਚ ਕਰੋਨਾ ਵਾਲਾ ਵੀ ਪੂਰਾ ਇਸ ਸਮੇਂ ਦੇ ਹਾਲਾਤ ਹੈਗੇ ਨੇ ਕਿ ਆਉਣ ਵਾਲੇ ਦਿਨਾਂ 'ਚ ਸਖਤੀ ਨਾ ਵੱਧ ਜਾਵੇ ਜਾਂ ਕਰੋਨਾ ਦੇ ਕੇਸਿਸ ਨਾ ਵਧਣ, ਇਸ ਕਰਕੇ ਮੰਡੀਆਂ ਦੇ ਵਿੱਚ ਵੱਡੀ ਤਾਦਾਦ 'ਚ ਕਿਸਾਨ ਪਹੁੰਚ ਰਹੇ ਨੇ? ਇਹ ਨਾ ਮੈਂ ਤੁਹਾਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗਾ, ਕਿਤੇ ਨਾ ਕਿਤੇ ਸਾਡੇ ਕਿਸਾਨ ਭਰਾਵਾਂ 'ਚ ਤੇ ਸਾਡੇ ਆੜਤੀਆਂ 'ਚ ਖਦਸ਼ੇ ਜ਼ਰੂਰ ਸੀਗੇ ਬਈ ਜਿਸ ਤਰੀਕੇ ਪਿਛਲੇ ਪ੍ਰੋਕਿਉਰਮੈਂਟ ਤੋਂ ਪਹਿਲਾਂ 1 ਮਹੀਨੇ ਦਾ ਮਾਹੌਲ ਬਣਾ ਦਿੱਤਾ ਸੀ ਵੀ ਅਸੀਂ ਪ੍ਰੋਕਿਉਰਮੈਂਟ ਨਹੀਂ ਕਰਾਂਗੇ, ਜੇ ਡੀਬੀਟੀ ਨਾ ਲਾਗੂ ਕੀਤੀ ਪੰਜਾਬ ਸਰਕਾਰ ਨੇ, ਇੰਜ ਕਰਾਂਗੇ ਉਂਝ ਕਰਾਂਗੇ, ਉਸ ਤਰੀਕੇ ਨਾਲ ਕੋਈ ਇੱਕ ਮਾਹੌਲ ਬਣ ਗਿਆ ਭਰਮ ਦਾ, ਸ਼ੱਕ ਦਾ, ਸ਼ੁਭਾ ਦਾ, ਜਿਹੜਾ ਆੜਤੀਆਂ 'ਚ ਵੀ ਸੀ ਤੇ ਜਿਹੜਾ ਕਿਸਾਨਾਂ 'ਚ ਵੀ ਸੀ, ਤੇ ਅਸੀਂ ਕਾਮਯਾਬ ਰਹੇ ਹਾਂ ਉਹ ਭਰਮ ਭੁਲੇਖੇ ਤੇ ਜਿਹੜੇ ਲੋਕਾਂ ਦੇ ਵਿੱਚ ਵਹਿਮ ਬੜੇ ਹੋਏ ਸੀਗੇ ਉਹਨੂੰ ਦੂਰ ਕਰਨ 'ਚ। ਅੱਜ ਮੈਂ ਤੁਹਾਨੂੰ ਦੱਸ ਵੀ ਦੇਣਾ ਵੀ 1141 ਕਰੋੜ ਦੀ ਸਵੇਰ ਤਾਈਂ ਅਸੀਂ ਪੇਮੈਂਟ ਕਰ ਚੁੱਕੇ ਸੀ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ, ਤੇ ਸ਼ਾਮ ਤਾਈਂ ਸਾਨੂੰ ਹੋਰ ਉਮੀਦ ਹੈ ਵੀ ਅਸੀਂ 1500 ਕਰੋੜ ਹੋਰ ਉਹਨਾਂ ਨੂੰ ਪਾ ਜਾਾਂਗੇ। ਫਸਲ ਅਸੀਂ ਉਹਨਾਂ ਦੀ ਪ੍ਰੋਕਿਉਰ ਕਰ ਲਈ ਹੈ, 20 ਲੱਖ ਦੇ ਕਰੀਬ ਅਸੀਂ ਉਹਦੀ ਲਿਫਟਿੰਗ ਵੀ ਕਰ ਲਈ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਅਸ਼ੋਰ ਕਰਦੇ ਹਾਂ ਜੇ ਥੋੜੀਆਂ ਬਹੁਤੀਆਂ ਕਿਤੇ ਮੁਸ਼ਕਲਾਂ ਵੀ ਹੋਈਆਂ, ਜੇ ਆਹ ਮੁਸ਼ਕਲਾਂ ਦਾ ਇਸ ਵੇਲੇ ਮਾਹੌਲ ਹੈ, ਚਾਹੇ ਕਿਸੇ ਵੀ ਤਰੀਕੇ ਆਪਾਂ ਇਹਨਾਂ ਤੇ ਰਾਜਨੀਤੀ ਨਾ ਕਰਕੇ ਆਪਣੇ ਕਿਸਾਨ ਦੀ ਭਲਾਈ ਲਈ ਰਲ ਮਿਲ ਕੇ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰਨ ਨੂੰ ਜਾਈਏ। ਜਿੱਥੇ ਲੱਗਦਾ ਹੈ ਕਿਤੇ ਬਾਰਦਾਨੇ ਦੀ ਕਮੀ ਆਉਂਦੀ ਹੈ, ਲਿਫਟਿੰਗ ਦੀ ਪ੍ਰੋਬਲਮ ਆਉਂਦੀ ਹੈ, ਕਿਸੇ ਕਿਸਾਨ ਨੂੰ ਕੋਈ ਉੱਥੇ ਐਂਟਰਟੇਨ ਨਹੀਂ ਕਰ ਰਿਹਾ, ਇਮੀਡੀਏਟ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਧਿਆਨ 'ਚ ਲਿਆਓ, ਸਰਕਾਰ ਦੇ ਧਿਆਨ 'ਚ ਲਿਆਓ, ਅਸੀਂ ਉਹਦਾ ਜਿਹੜਾ ਮੁਸ਼ਕਲ ਹੈ ਉਹਨੂੰ ਦੂਰ ਕਰੀਏ ਤੇ ਸਾਰੇ ਕਿਸਾਨਾਂ ਨੂੰ ਉਹਦਾ ਫਾਇਦਾ ਪਹੁੰਚਾ ਸਕੀਏ। ਜੀ ਸਰ, ਮੈਂ ਡੀਬੀਟੀ ਵਾਲੇ ਪਾਸੇ ਆਵਾਂ, ਸਿੱਧੀ ਅਦਾਇਗੀ ਵਾਲੇ, ਇਹ ਡੀਬੀਟੀ ਵਾਲਾ ਫਾਰਮੂਲਾ ਪਾਸ ਜਾਂ ਫੇਲ? ਕਾਫੀ ਪਾਸ ਹੈ। ਜਿੱਦਾਂ ਦੀ ਪੰਜਾਬ ਸਰਕਾਰ ਦੇ ਆਫੀਸਰਾਂ ਨੇ ਮਿਹਨਤ ਕੀਤੀ, 10 ਤਰੀਕ ਸ਼ਾਮ ਨੂੰ ਰੇਡਕਾ ਖਤਮ ਹੋਇਆ, ਪ੍ਰੋਕਿਉਰਮੈਂਟ ਸ਼ੁਰੂ ਹੋਈ, 11 ਤੋਂ ਲੈ ਕੇ 19 ਤਾਈਂ 9 ਦਿਨਾਂ ਦੇ ਵਿੱਚ ਇੰਨੀ ਤੇਜ਼ੀ ਨਾਲ ਪੇਮੈਂਟ ਆਈ। ਔਰ ਉਦੋਂ ਜਦੋਂ ਨਵੇਂ ਸਿਸਟਮ ਦੀ ਜਾਣਕਾਰੀ ਨਹੀਂ ਸੀਗੀ ਸਾਰਿਆਂ ਨੂੰ, ਆੜਤੀ ਸਹਿਬਾਨਾਂ ਨੂੰ ਇੱਥੇ ਸਾਡੇ ਚੰਡੀਗੜ੍ਹ ਮਾਸਟਰ ਟ੍ਰੇਨਰ ਤਿਆਰ ਕੀਤੇ ਗਏ, ਉਹਨਾਂ ਨੂੰ ਡਿਸਟ੍ਰਿਕਾਂ 'ਚ ਭੇਜਿਆ, ਉਹਨਾਂ ਨੇ ਆੜਤੀ, ਉਹਨਾਂ ਦੇ ਮੁਨੀਮਾਂ ਨੂੰ ਤੇ ਉਹਨਾਂ ਦੇ ਅਕਾਊਂਟੈਂਟਸ ਨੂੰ ਉਹਦੀ ਜਾਣਕਾਰੀ ਦਿੱਤੀ। ਫਿਰ ਹੁਣ 2 ਦਿਨਾਂ ਤੋਂ ਇਮੀਡੀਏਟ ਬਿਲਿੰਗ ਚਾਲੂ ਹੋਈ ਹੈ, ਬੜੀ ਤੇਜ਼ੀ ਨਾਲ ਚਾਲੂ ਹੋਈ ਹੈ, ਤੇ ਉਹਦੇ ਹਿਸਾਬ ਨਾਲ ਰਾਤੀ 12 ਵਜੇ ਤਾਈਂ ਸਾਡਾ ਅਕਾਊਂਟ ਸੈਕਸ਼ਨ, ਸਾਡੇ ਆਡੀਟਰ ਬੈਠੇ ਕਲੀਅਰ ਕਰਦੇ ਰਹਿੰਦੇ ਸਾਰੇ ਬਿੱਲਾਂ ਨੂੰ, ਤੇ ਉਨੀ ਤੇਜ਼ੀ ਨਾਲ ਹੁਣ ਪੇਮੈਂਟ ਜਾ ਰਹੀ ਹੈ। ਕੱਲ 'ਚ ਤਕਰੀਬਨ 700-800 ਕਰੋੜ ਦੀ ਪੇਮੈਂਟ ਹੋਈ, ਤੇ ਸਾਨੂੰ ਅੱਜ ਉਮੀਦ ਹੈ ਅਸੀਂ 1500 ਦੇ ਕਰੀਬ ਅੱਜ ਪੇਮੈਂਟ ਕੱਢ ਦਿਆਂਗੇ, ਤੇ ਜਿਹੜਾ ਸਾਡਾ ਬੈਕਲੌਗ ਹੈ ਅਗਲੇ 2 ਦਿਨਾਂ 'ਚ ਪੂਰਾ ਕਰਕੇ ਫਿਰ ਬਰਾਬਰ ਨਾਲ ਦੀ ਨਾਲ ਪੇਮੈਂਟ ਹੁੰਦੀ ਰਹੇਗੀ। ਸਰਕਾਰ ਆੜਤੀਆਂ ਦੇ ਖਦਸ਼ੇ ਦੂਰ ਕਰਨ 'ਚ ਕਾਮਯਾਬ ਰਹੀ, ਖਾਸ ਤੌਰ ਤੇ ਪੇਮੈਂਟ ਜਦੋਂ ਡਾਇਰੈਕਟ ਹੋਣ ਲੱਗੀ ਉਸ ਤੋਂ ਬਾਅਦ, ਕਿ ਆੜਤੀਆਂ ਨੂੰ ਬਹੁਤ ਜ਼ਿਆਦਾ ਚਿੰਤਾ ਸੀ ਕਿ ਕਿਤੇ ਜਿਹੜਾ ਸਾਡਾ ਪੂਰਾ ਇੱਕ ਪਾਥ ਬਣਿਆ ਹੋਇਆ ਉਹ ਖਤਮ ਨਾ ਹੋ ਜਾਏ, ਉਹ ਕਲੀਅਰ ਹੋ ਗਿਆ ਜਾਂ ਅਜੇ ਵੀ ਉਹਨਾਂ ਦੇ ਖਦਸ਼ੇ ਹੈਗੇ ਨੇ? ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ, ਕਿਉਂਕਿ ਮੇਨ ਇਹ ਸਵਾਲ ਸੀਗਾ ਜਿਹੜਾ ਕੋਈ ਆਮ ਤੌਰ ਤੇ ਅੱਜ ਪੁੱਛਦਾ ਵੀ ਨਹੀਂ ਹੈ। ਆੜਤੀਆਂ ਨੂੰ ਹੀ ਖਦਸ਼ਾ ਸੀਗਾ ਵੀ ਇਹ ਪ੍ਰੋਕਿਉਰਮੈਂਟ ਹੋਏਗੀ ਕਿਦਾਂ, ਜੇ ਪੇਮੈਂਟ ਹੋਏਗੀ ਸਾਨੂੰ ਵਿੱਚੋਂ ਕੱਢ ਦੇਣਗੇ, ਖਮਣੀ ਛੱਡ ਕੇ ਕਾਰੋਬਾਰ ਬੰਦ ਨਾ ਹੋ ਜਾਣ। ਕੈਪਟਨ ਅਮਰਿੰਦਰ ਸਿੰਘ ਜੀ ਨੇ ਜਦੋਂ ਉਹਨਾਂ ਨਾਲ ਮੀਟਿੰਗ ਕੀਤੀ ਔਰ ਖਾਸ ਤੌਰ ਤੇ ਫੂਡ ਡਿਪਾਰਟਮੈਂਟ ਨੂੰ ਹਦਾਇਤਾਂ ਦਿੱਤੀਆਂ ਵੀ ਇਹਨਾਂ ਨੂੰ ਸਿਸਟਮ 'ਚ ਰੈਲੇਵੈਂਟ ਰੱਖਣਾ ਹੈ, ਅਸੀਂ ਉਹਨਾਂ ਨੂੰ ਉਸ ਦਿਨ ਡੈਮੋ ਦਿੱਤਾ, ਜਿਹੜਾ ਉਹਨਾਂ ਨੇ ਮੰਨਿਆ ਵੀ ਉਹਦੇ 'ਚ 1-2 ਚੀਜ਼ਾਂ ਸੁਧਾਰ ਕਰਨ ਨੂੰ ਵੀ ਕਹੀਆਂ, ਵੀ ਉਹ ਸੁਧਾਰ ਕਰਕੇ ਉਹਨੂੰ ਲਾਗੂ ਕਰਤਾ, ਤੇ ਹੁਣ ਉਹਦੇ ਥਰੂ ਪੇਮੈਂਟ ਹੋਣੀ ਵੀ ਸ਼ੁਰੂ ਹੋ ਗਈ। ਤੇ ਜਿੰਨੇ ਖਦਸ਼ੇ ਉਹਨਾਂ ਦੇ ਮਨਾਂ 'ਚ ਸੀਗੇ ਉਹ ਜਿਵੇਂ ਜਿਵੇਂ ਪੇਮੈਂਟ ਕਲੀਅਰ ਹੁੰਦੀ ਜਾ ਰਹੀ ਹੈ ਉਹ ਵੀ ਦੂਰ ਹੁੰਦੇ ਜਾ ਰਹੇ ਆ। ਉਹਨਾਂ ਨੂੰ ਸਿਸਟਮ 'ਚ ਰੈਲੇਵੈਂਟ ਵੀ ਰੱਖਿਆ, ਉਹਨਾਂ ਨੂੰ ਪ੍ਰੋਟੈਕਸ਼ਨ ਵੀ ਸਟੇਟ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ, ਤੇ ਭਰੋਸਾ ਵੀ ਦਿਲਾਇਆ ਗਿਆ ਵੀ ਨਾ ਉਹਨਾਂ ਦੀ ਕਮਿਸ਼ਨ ਕਿਤੇ ਮਾਰੀ ਜਾਏਗੀ, ਇੱਕ ਪੈਸਾ ਉਹਨਾਂ ਨੂੰ ਮਿਲੇਗਾ, ਕਿਸਾਨਾਂ ਦਾ ਪੈਸਾ ਕਿਸਾਨਾਂ ਨੂੰ ਮਿਲੇਗਾ, ਟਰਾਂਸਪੋਰਟਰ ਔਰ ਜਿਹੜੇ ਸਾਡੇ ਲੇਬਰ ਨੇ ਉਹਨਾਂ ਨੂੰ ਉਹਨਾਂ ਦਾ ਪੈਸਾ ਮਿਲੇਗਾ, ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਜੀ ਸਰ, ਮੇਰਾ ਇੱਕ ਆਖਰੀ ਸਵਾਲ ਕਰੋਨਾ ਕਾਲ ਨੂੰ ਲੈ ਕੇ, ਦੇਖੋ ਸੰਡੇ ਨੂੰ ਮਾਰਕੀਟ, ਮਾਲ, ਬਾਜ਼ਾਰ ਸਭ ਬੰਦ ਕਰਨ ਦਾ ਫੈਸਲਾ ਹੈ, ਇਸ ਵਿਚਾਲੇ ਕਿਸਾਨਾਂ ਦੇ ਲਈ ਕੀ ਹਦਾਇਤ ਹੈ, ਕੋਈ ਹਦਾਇਤ ਹੈ ਜਾਂ ਨਹੀਂ ਹੈ? ਦੂਜਾ, ਜਿਵੇਂ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਬੁੱਧਵਾਰ ਦੇ ਦਿਨ ਨੂੰ ਕੀਤਾ ਗਿਆ ਕਿ ਟਰਾਈ ਸਿਟੀ ਬੰਦ ਰਹੇਗੀ ਤਾਂ ਮੋਹਾਲੀ ਬੰਦ ਰੱਖਿਆ ਜਾਵੇ ਜਾਂ ਫਿਰ ਲਾਕਡਾਊਨ ਉੱਥੇ ਹੋਏਗਾ, ਤਾਂ ਉਸ ਸਮੇਂ ਮੰਡੀਆਂ ਦੇ ਕੀ ਸਟੇਟਸ ਰਹੇਗਾ, ਜੇਕਰ ਦੱਸ ਸਕੋ? ਮੰਡੀਆਂ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਬਕਾਇਦਾ ਤੌਰ ਤੇ ਹਾਲਾਤਾਂ ਹੈ। ਅਸੀਂ ਈਵਨ ਇਸ ਵਾਰ ਤਾਂ ਸਰਕਾਰ ਨੇ ਵੱਡੀਆਂ ਮੰਡੀਆਂ ਦੇ ਵਿੱਚ ਟੀਕਾਕਰਨ ਕੈਂਪ ਵੀ ਲਗਾ ਦਿੱਤੇ ਵੀ ਜਿਹੜੇ ਕਿਸਾਨ ਆਣ ਉਹਨਾਂ ਦੀ ਵੈਕਸੀਨੇਸ਼ਨ ਕੀਤੀ ਜਾਵੇ। ਉਸੇ ਤਰੀਕੇ ਜਿਹੜੇ ਕਰੋਨਾ ਨਾਲ ਰਿਲੇਟਡ ਜਿੰਨੇ ਪ੍ਰੋਟੋਕੋਲ ਸੀ ਉਹ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਮੰਡੀਆਂ ਦੀ ਤਾਦਾਦ ਹੀ ਇੰਨੀ ਵਧਾ ਦਿੱਤੀ ਗਈ ਤਾਂ ਕਿ ਕਿਸਾਨ ਇੱਕ ਜਗ੍ਹਾ ਇਕੱਠੇ ਹੀ ਨਾ ਹੋ ਪਾਣ, ਤੇ ਨਾਲ ਦੀ ਨਾਲ ਫਸਲ ਉਹਨਾਂ ਦੀ ਜਦੋਂ ਆਉਂਦੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ 54 ਲੱਖ ਆਈ, ਅਸੀਂ 50 ਲੱਖ ਪ੍ਰੋਕਿਉਰ ਕਰ ਲਈ, ਉਹਨਾਂ ਨੂੰ ਵਿਹਲੇ ਕਰ ਦਿੱਤਾ, ਉਹਨਾਂ ਦੀ ਉਸ ਤੋਂ ਬਾਅਦ ਸਫਾਈ, ਉਹਨਾਂ ਦੀ ਤੁਲਾਈ ਤੇ ਸਾਰਾ ਆੜਤੀਆਂ ਦਾ ਤੇ ਲੇਬਰ ਦਾ ਰਹਿ ਜਾਂਦਾ ਹੈ ਕੰਮ, ਤੇ ਉਹਨਾਂ ਨੂੰ ਵੀ ਉੱਥੇ ਕੋਈ ਮੁਸ਼ਕਿਲ ਨਾ ਆਵੇ ਉਹਦੇ ਵੀ ਬਕਾਇਦਾ ਤੌਰ ਤੇ ਅਰੇਂਜਮੈਂਟ ਕੀਤੇ ਹੋਏ ਆ। ਆੜਤੀਆਂ ਨੂੰ ਵਿੱਚ ਇਨਵੋਲਵ ਕੀਤਾ ਹੋਇਆ,
ਸੈਨੀਟਾਈਜ਼ਰ ਤੇ ਉਹ ਮਾਸਕਸ ਵਗੈਰਾ ਉੱਥੇ ਮੰਡੀ ਬੋਰਡ ਨੇ ਬਕਾਇਦਾ ਤੌਰ ਤੇ ਪ੍ਰਬੰਧ ਕੀਤੇ ਹੋਏ ਆ ਜੀ ਸਰ ਮੇਰਾ ਸਵਾਲ ਸੀਗਾ ਕਿ ਜਿਹੜੇ ਕਣਕ ਲੈ ਕੇ ਆਪਣੀ ਟਰਾਲੀ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਦੇ ਲਈ ਤਾਂ ਕੋਈ ਪਾਬੰਦੀ ਇਸ ਤਰੀਕੇ ਦੇ ਨਹੀਂ ਹੈ ਕਿ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਏਗੀ, ਰਾਹ ਦੇ ਵਿੱਚ ਪੁਲਿਸ ਨਾ ਰੋਕ ਲਵੇ ਕਿ ਦੇਖੋ ਜੀ ਲਾਕਡਾਊਨ ਹੈ ਮੋਹਾਲੀ 'ਚ, ਤਾਂ ਤੁਸੀਂ ਕਿੱਥੇ ਜਾ ਰਹੇ ਹੋ ਟਰਾਲੀ ਲੈ ਕੇ? ਬਿਲਕੁਲ ਉਹਨਾਂ ਨੂੰ ਕੋਈ ਉਸ ਲਾਕਡਾਊਨ ਦੇ ਵਿੱਚ ਕੋਈ ਰੋਕੇਗਾ ਨਹੀਂ। ਜਿਵੇਂ ਫਸਲ ਆਏਗੀ ਉਹ ਫਸਲ ਛੱਡ ਕੇ ਵਾਪਸ ਜਾਣਗੇ। ਉਹਨਾਂ ਨੂੰ ਬਕਾਇਦਾ ਤੌਰ ਤੇ ਸਰਕਾਰ ਖਿਆਲ ਰੱਖੇਗੀ ਵੀ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਮੈਂ ਫਿਰ ਕਿਸਾਨ ਭਰਾਵਾਂ ਨੂੰ ਕਹਿਣਾ, ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਬੜੇ ਆਰਾਮ ਨਾਲ ਫਸਲ ਲੈ ਕੇ ਆਓ, ਕਾਲ ਬਿਲਕੁਲ ਨਾ ਕਰੋ। ਆ ਜਿਹੜੀਆਂ ਛੋਟੀਆਂ ਮੁਸ਼ਕਿਲਾਂ ਆਉਂਦੀਆਂ ਇਹ ਤੁਹਾਡੀ ਕਾਲ ਕਰਕੇ ਆ ਜਾਂਦੀਆਂ, ਅਸੀਂ ਤੁਹਾਡੇ ਲਈ ਆ, ਤੁਹਾਡੇ ਕਰਕੇ ਖੜੇ ਆ ਇੱਥੇ। ਸੀਐਮ ਸਾਹਿਬ ਦਾ ਬੜਾ ਕਲੀਅਰ ਨਿਰਦੇਸ਼ ਹੈ, ਤੁਹਾਡੀ ਫਸਲ ਦਾ ਇੱਕ ਦਾਣਾ ਚੱਕਿਆ ਜਾਏਗਾ ਤੇ ਉਹਦੀ ਬਣਦੀ ਕੀਮਤ ਅਦਾ ਕੀਤੀ ਜਾਏਗੀ। ਸਰ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਦੇ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਜ਼ਰੀਏ ਜਿਹੜੇ ਕਿਸਾਨਾਂ ਦੇ ਆੜਤੀਆਂ ਦੇ ਖਰਚੇ ਨੇ ਇਸ ਸਮੇਂ ਦੂਰ ਹੋ ਸਕਣ, ਖਾਸ ਤੌਰ ਤੇ ਬਾਰਦਾਨੇ ਨੂੰ ਲੈ ਕੇ ਜੋ ਤੁਸੀਂ ਦਾਅਵਾ ਕਰ ਰਹੇ ਹੋ। ਉਮੀਦ ਕਰਾਂਗੇ ਕਿ ਪੰਜਾਬ ਦੀ ਹਰ ਮੰਡੀ ਤੱਕ ਬਾਰਦਾਨਾ ਪਹੁੰਚ ਵੀ ਰਿਹਾ ਤੇ ਅੱਗੇ ਵੀ ਪਹੁੰਚਦਾ ਰਹੇ। ਜਿਹੜੀ ਪੂਰੀ ਪ੍ਰਕਿਰਿਆ ਇਸ ਕਰੋਨਾ ਦੇ ਕਾਲ ਦੇ ਵਿੱਚ ਵੀ ਸਹੀ ਤਰੀਕੇ ਨਾਲ ਅੱਗੇ ਵਧਦੀ ਰਹੇ।